कुछ लोगों के सवाल जरूर होंगे सी भी तू इस तरह के कपड़े क्यों पाउणी है, तेरे कोले सूट नहीं है, नहीं तू क्यों नहीं पाउंदी। सो मैनूं ऐ लगदा सी यार मैं कंफर्टेबल हाँ। इस तरह बुलट चलाउणा, बाइक चलाउणी या स्कूटर चलाउणा, उन्होंने ये भी पूछना। यूनीवर्सिटी के विच एक बारी नाम भी पै गया सी जिन्ना कि मैनूं सुनन नूं मिलिया सी, कहंदे बुलट वाली कुड़ी। ये मेरा सरनेम है सिद्धू, ये मेरे ग्रैंडफादर ने गेदार जी, उन्हों का नाम है। एक्चुअली 2019 ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਸੀ, मैं बहुत ज़्यादा क्लोज ਸੀ ਉਹਨਾਂ ਦੇ। सो काफ़ी हार्ड टाइम ਸੀਗਾ ਉਹ, ਤੇ ਇਹ ਟੈਟੂ ਉਹਨਾਂ ਦੇ ਨਾਮ ਦਾ ਬਣਿਆ ਹੋਇਆ ਹੈਗਾ। बहुत ਮੈਡਲ ਦਿੱਤਾ ਜਾਂਦਾ ਵੀ ਕੁੜੀਆਂ ਨੂੰ ਜਿਮ ਨਹੀਂ ਲਾਣਾ ਚਾਹੀਦਾ, ਕੁੜੀਆਂ ਨੂੰ ਵੇਟ ਲਿਫਟਿੰਗ ਨਹੀਂ ਕਰਨੀ ਚਾਹੀਦੀ। ਮੈਨੂੰ ਇਹ ਲੱਗਦਾ ਕਿ ਅੱਜ ਦੇ ਟਾਈਮ 'ਚ ਗੱਲ ਕਰੀਏ ਤਾਂ ਸਾਡੇ ਸਭ ਤੋਂ ਜ਼ਿਆਦਾ ਕੁੜੀਆਂ ਅੱਗੇ ਵੇਟ ਲਿਫਟਿੰਗ 'ਚ ਹੀ ਨੇ। ਅਸੀਂ ਕਿੰਨੇ ਮੈਡਲ ਲਏ ਨੇ ਆਪਣੇ ਦੇਸ਼ ਲਈ। 2016 ਦੇ ਵਿੱਚ ਮੈਂ ਸ਼ੋਅ ਦੇਖਿਆ ਰੋਡੀਜ਼, ਜਿਹੜਾ ਮੈਨੂੰ ਪਹਿਲਾਂ ਨਹੀਂ ਪਤਾ ਸੀਗਾ। ਅਚਾਨਕ ਮੈਂ ਦੇਖਿਆ ਤੇ ਇੱਕ ਹੋ ਜਾਂਦਾ ਨਾ ਤੁਹਾਨੂੰ ਐਟ ਏ ਟਾਈਮ ਵੀ ਮੈਂ ਕਰਨਾ ਇਹ। 2016 ਦੇ ਵਿੱਚ ਮੈਂ ਆਡੀਸ਼ਨ ਦਿੱਤੇ ਸੀ ਤੇ ਫਸਟ ਅਟੈਂਪਟ ਸੀ ਜਿਹੜਾ ਮੇਰਾ ਉਹ ਕਲੀਅਰ ਹੋ ਗਿਆ ਸੀ। ਇਹਦੇ ਵਿੱਚ ਸਟਰੋਂਗ ਹੈ ਜਿਹੜਾ ਉਹ ਫੈਮਿਲੀ ਦੇ ਨਾਲ ਖੁਦ ਨੂੰ ਹੋਣਾ ਚਾਹੀਦਾ ਹੈ, ਕਿਉਂਕਿ ਮੈਨੂੰ ਲੱਗਦਾ ਕਿ ਬਹੁਤੇ ਸਟੈਂਡ ਨੇ ਜਿਹੜੇ ਉਹ ਤੁਸੀਂ ਆਪਣੇ ਲਈ ਆਪ ਲੈ ਸਕਦੇ ਹੋ, ਕੋਈ ਦੂਜਾ ਨਹੀਂ ਲੈ ਸਕਦਾ। ਇਸ ਲਈ ਤੁਹਾਨੂੰ ਆਪਣੇ ਆਪ ਲਈ ਅੱਜ ਕੱਲ੍ਹ ਪਰਸੋਂ ਜਦੋਂ ਵੀ ਕਹਿ ਲਓ ਖੜੇ ਹੋਣਾ ਪਏਗਾ। मेरा नाम प्रभजोत कौर सिद्धू है। बेसिकली मैं डिस्ट्रिक्ट मानसा तो हाँ, पिंड मेरा बूहा है। मेरी स्टडी है पंजाबी यूनिवर्सिटी पटियाला तो है। जर्नलिज्म की मैं मास्टर्स की है तो उस तो बाद कॉन्टीन्यूटी के 8 साल हो गए मैनू एज अ जर्नलिस्ट मैं मीडिया लाइन के काम कर रही हूँ। मेरे घर का माहौल शुरू तो ही बहुत ज़्यादा सपोर्टिव है। मतलब मैं अपने जी ग्रैंड पेरेंट्स की गल करा, जिस तरह पहला होंगे कि अपने उन्होंने शायद वो बजुर्ग ने, उन्होंने थोड़ी जी मैंटैलिटी उदां दी है। नहीं, मेरे ग्रैंड पेरेंट्स बहुत ज़्यादा सपोर्टिव ने, जिहदे करके मेरे पेरेंट्स भी अगे बहुत ज़्यादा सपोर्टिव ने। उन्होंने शुरू तो एक ही गल कही, उन्होंने इन्ना क ब्लाइंडली ट्रस्ट है मेरे ते, कहते जो तू कर रही है साडे वल्लों ठीक है। बस एक है कि छोटिया छोटिया गल्लां दा आपां नूं ध्यान रखना पैंदा। ਉਹ ਤੁਸੀਂ ਉਹ ਕੱਲੀ ਐਜ਼ ਅ ਗਰਲ ਨਹੀਂ, ਉਹ ਐਜ਼ ਅ ਬॉय ਵੀ ਤੁਹਾਨੂੰ ਧਿਆਨ ਰੱਖਣਾ ਪੈਂਦਾ ਹੈਗਾ ਵੀ ਤੁਸੀਂ ਕਿਸ ਤਰ੍ਹਾਂ ਵਿਚਰਨਾ ਹੈਗਾ। ਸੋ ਉਹਨਾਂ ਸਾਰੀਆਂ ਚੀਜ਼ਾਂ ਦਾ ਮੈਂ ਹਮੇਸ਼ਾ ਧਿਆਨ ਰੱਖਿਆ ਤੇ ਮੇਰੀ ਫੈਮਿਲੀ ਨੇ ਮੈਨੂੰ ਅੱਜ ਤੱਕ ਇਹ ਵੀ ਨਹੀਂ ਪੁੱਛਿਆ ਵੀ ਤੂੰ ਕਿਉਂ ਕਰ ਰਹੀ ਹੈ ਜਾਂ ਤੈਨੂੰ ਕਿਹਨੇ ਕਿਹਾ ਕਰਨ ਵਾਸਤੇ। ਉਹ ਕਹਿੰਦੇ ਵੀ ਤੂੰ ਜੋ ਕਰ ਰਹੀ ਹੈ ਸਾਡੇ ਵਾਸਤੇ ਉਹ ਠੀਕ ਹੈ। ਤੇ ਇੰਨੀ ਕੁ ਕਿਰਪਾ ਰਹੀ ਹੈ ਮਾਲਕ ਦੀ ਵੀ ਅੱਜ ਤੱਕ ਕਦੇ ਉਹਨਾਂ ਨੂੰ ਲੈਟ ਡਾਊਨ ਨਹੀਂ ਹੋਣ ਦਿੱਤਾ ਤੇ ਹੋਪਫੁਲੀ ਅੱਗੇ ਵੀ ਨਹੀਂ ਹੋਣ ਦੇਵਾਂਗੇ। 2015 ਦੇ ਵਿੱਚ ਜਦੋਂ ਮੈਂ ਆਪਣੀ ਗ੍ਰੈਜੂਏਸ਼ਨ ਕੰਪਲੀਟ ਕੀਤੀ ਸੀ, ਉਸ ਤੋਂ ਬਾਅਦ ਮੈਂ ਸੋਚਿਆ ਵੀ ਚਲੋ ਇਸੇ ਲਾਈਨ ਦੇ ਵਿੱਚ ਜਿਵੇਂ ਹਰ ਕੋਈ ਸਟੱਡੀ ਤੋਂ ਬਾਅਦ ਜਾਂਦਾ ਹੈ। ਪਰ ਅਚਾਨਕ ਕੀ ਹੋਇਆ ਕਿ 2016 ਦੇ ਵਿੱਚ ਮੈਂ ਸ਼ੋਅ ਦੇਖਿਆ ਰੋਡੀਜ਼, ਜਿਹੜਾ ਮੈਨੂੰ ਪਹਿਲਾਂ ਨਹੀਂ ਪਤਾ ਸੀਗਾ। ਅਚਾਨਕ ਮੈਂ ਦੇਖਿਆ ਤੇ ਇੱਕ ਹੋ ਜਾਂਦਾ ਨਾ ਤੁਹਾਨੂੰ ਐਟ ਏ ਟਾਈਮ ਵੀ ਮੈਂ ਕਰਨਾ ਇਹ। ਉਹ ਦਿਮਾਗ ਦੇ ਵਿੱਚ ਗੱਲ ਆਈ, ਚਲੋ ਪ੍ਰੈਪਰੇਸ਼ਨ ਸਟਾਰਟ ਕੀਤੀ। ਮੈਂਟਲੀ ਲੈਵਲ ਦੀ ਪ੍ਰੈਪਰੇਸ਼ਨ ਜ਼ਿਆਦਾ ਸੀਗੀ ਫਿਜ਼ੀਕਲ ਨਾਲੋਂ ਮੰਨੀਏ ਤਾਂ। ਤੇ 2016 ਦੇ ਵਿੱਚ ਮੈਂ ਆਡੀਸ਼ਨ ਦਿੱਤੇ ਸੀ ਤੇ ਫਸਟ ਅਟੈਂਪਟ ਸੀ ਜਿਹੜਾ ਮੇਰਾ ਉਹ ਕਲੀਅਰ ਹੋ ਗਿਆ ਸੀ ਇਹਦੇ ਵਿੱਚ। ਜਿਸ ਤੋਂ ਬਾਅਦ ਹੋਰ 2-3 ਰਾਊਂਡ ਸੀਗੇ ਬੇਸਿਕਲੀ। ਸੋ ਤਿੰਨਾਂ ਰਾਊਂਡਸ ਦੇ ਵਿੱਚ ਮੈਂ ਕਰੈਕ ਕੀਤਾ ਸੀ। ਬਹੁਤ ਸਾਰੇ ਲੋਕ ਸੀਗੇ ਜਿਨ੍ਹਾਂ ਨੇ ਪਿਛਲੇ 5-5, 7-7, 10-10 ਸਾਲ ਤੋਂ ਕੀਤਾ ਸੀਗਾ। ਪਹਿਲਾਂ ਮੇਰੀ ਫੈਮਿਲੀ ਨੂੰ ਨਹੀਂ ਪਤਾ ਸੀ ਵੀ ਇਸ ਤਰ੍ਹਾਂ ਦੀ ਪ੍ਰੈਪਰੇਸ਼ਨ ਕੋਈ ਚੱਲ ਰਹੀ ਹੈ। ਤਾਂ ਅਚਾਨਕ ਜਦੋਂ ਰਾਤ ਨੂੰ 11 ਵਜੇ ਮੇਰੀ ਸਿਲੈਕਸ਼ਨ ਹੁੰਦੀ ਹੈ ਤਾਂ ਮੈਂ ਫੈਮਿਲੀ ਨੂੰ ਫੋਨ ਕੀਤਾ। ਤਾਂ ਉਹ ਇੱਕ ਬਹੁਤ ਅੱਛਾ ਮੂਮੈਂਟ ਸੀ। ਬਹੁਤ ਜ਼ਿਆਦਾ ਇੱਕ ਇਹ ਕਹਿ ਲਓ ਕਿ ਮੈਨੂੰ ਐਂ ਲੱਗਦਾ ਸੀ ਕਿ ਹਾਂ ਹੁਣ ਕੁਝ ਕਰ ਸਕਦੇ ਹਾਂ, ਕਿਉਂਕਿ ਜਰਨਲਿਸਟ ਦੇ ਤੌਰ 'ਤੇ ਤਾਂ ਵਿਚਰ ਹੀ ਰਹੇ ਸੀਗੇ, ਪਰ ਉਸ ਤੋਂ ਹਟ ਕੇ ਹਮੇਸ਼ਾ ਹੀ ਮੇਰੀ ਕੋਸ਼ਿਸ਼ ਰਹੀ ਹੈ ਵੀ ਕੁਝ ਹਟ ਕੇ ਕਰਨ ਦੀ। ਸੋ ਉਸੇ ਪਰਪਸ ਦੇ ਨਾਲ ਉਹ ਕੀਤਾ ਸੀ ਤੇ ਸਕਸੈਸਫੁਲ ਵੀ ਹੋਇਆ। ਤੇ ਕਾਫੀ ਮਤਲਬ ਇੱਕ ਕਹਿ ਲਓ ਕਿ ਬਰੇਵਰੀ ਦਾ ਟੈਗ ਜ਼ਰੂਰ ਮਿਲਿਆ ਸੀ ਉੱਥੇ ਮੈਨੂੰ, ਕਿਉਂਕਿ ਜਿਹੜੇ ਵੀ ਆਸੇ-ਪਾਸੇ ਦੇ ਕੰਪੀਟ ਕਰਨ ਵਾਲੀਆਂ ਜਿੰਨੀਆਂ ਗਰਲਸ ਸੀ ਉਹਨਾਂ ਦੇ ਵਿੱਚ ਉਨੀ ਸਟਰੈਂਥ ਨਹੀਂ ਸੀ, ਜਿਹਦੇ ਕਰਕੇ ਕਾਫੀ ਵਧੀਆ ਐਕਸਪੀਰੀਅੰਸ ਸੀਗਾ ਉਹ। ਜਿਸ ਦਿਨ ਤੁਹਾਨੂੰ ਪਤਾ ਹੋਣਾ ਰੋਡੀਜ਼ ਦਾ ਫਾਰਮੈਟ ਕੁਛ ਇਸ ਤਰ੍ਹਾਂ ਦਾ ਹੈ ਵੀ ਉੱਥੇ ਕੰਪੀਟੀਸ਼ਨ ਨੂੰ ਜਲਦੀ ਬਾਹਰ ਕੱਢਿਆ ਜਾਂਦਾ। ਜਿਸ ਦਿਨ ਉਹਨਾਂ ਨੂੰ ਇਹ ਗੱਲ ਫੀਲ ਹੋ ਗਈ ਸੀ ਵੀ ਇਸ ਤੋਂ ਬਾਅਦ ਕੁੜੀਆਂ 'ਚ ਕੰਪੀਟੀਸ਼ਨ ਜੇ ਹੁੰਦਾ ਤਾਂ ਪ੍ਰਭ ਹੀ ਜਿੱਤੂ, ਇਸ ਤੋਂ ਫਾਇਦਾ ਨਹੀਂ ਹੈਗਾ। ਸੋ ਇਸ ਲਈ ਉਹਨਾਂ ਨੇ ਸਾਰਿਆਂ ਨੇ ਇੱਕ ਗੈਂਗ ਅਪ ਕੀਤਾ ਸੀਗਾ, ਜਿਸ ਤੋਂ ਬਾਅਦ ਉਹਨਾਂ ਨੇ ਮੈਨੂੰ ਕੱਢਿਆ ਸੀਗਾ, ਜਿਹਦਾ ਮੈਨੂੰ ਇੱਕ ਵਾਰੀ ਲੱਗਿਆ ਵੀ ਇਹ ਧੱਕਾ ਹੋ ਰਿਹਾ ਹੈ। ਜਦੋਂ ਮੈਂ ਘਰੇ ਵਾਪਸ ਆਈ ਮੇਰੇ ਦਾਦਾ ਜੀ ਨੂੰ ਮੈਂ ਦੱਸਿਆ, ਮੈਂ ਕਿਹਾ ਅਸੀਂ ਦਾਰ ਜੀ ਕਹਿੰਦੇ ਹਾਂ, ਮੈਂ ਕਿਹਾ ਦਾਰ ਜੀ ਇਸ ਤਰ੍ਹਾਂ ਹੋਇਆ, ਇਸ ਤਰ੍ਹਾਂ ਕੱਢਿਆ ਗਿਆ ਮੈਨੂੰ। ਕਹਿੰਦੇ ਫਿਰ ਤੈਨੂੰ ਤਾਂ ਮਾਣ ਹੋਣਾ ਚਾਹੀਦਾ ਆਪਣੇ ਆਪ ਤੇ ਵੀ ਤੈਨੂੰ ਲੋਕਾਂ ਨੇ ਡਰ ਨਾਲ ਕੱਢਿਆ। ਲੋਕਾਂ ਨੇ ਇਹ ਨਹੀਂ ਕੱਢਿਆ ਵੀ ਇਹ ਫਾਲਤੂ ਆ, ਲੋਕ ਕਹਿੰਦੇ ਵੀ ਇਹ ਸਾਡੇ ਤੋਂ ਜਿੱਤ ਸਕਦੀ ਹੈ, ਇਸ ਲਈ ਇਹਨੂੰ ਪਹਿਲਾਂ ਕੱਢੋ। ਸੋ ਉਸ ਟਾਈਮ ਮੈਨੂੰ ਲੱਗਿਆ ਸੀ ਮੈਨੂੰ ਕੱਢਣ ਦਾ ਵੀ ਕੋਈ ਰਿਗਰੈਟ ਨਹੀਂ ਹੈ, ਕਿਉਂਕਿ ਜਦੋਂ ਮੇਰੇ ਪੇਰੈਂਟਸ ਇਹ ਗੱਲ ਕਹਿ ਰਹੇ ਨੇ ਵੀ ਹਾਂ ਪ੍ਰਾਊਡ ਹੈ ਸਾਨੂੰ। ਬਾਕੀ ਬਿਲਕੁਲ ਔਰੇ ਦੀ ਗੱਲ ਕਰੀਏ ਡੈਫੀਨੇਟਲੀ ਬਦਲਿਆ ਗਿਆ, ਕਿਉਂਕਿ ਜੋ ਕਹਿੰਦੇ ਦਿਖਦਾ ਉਹ ਵਿਕਦਾ ਹੈ। ਜਦੋਂ ਥੋੜ੍ਹੇ ਦੇਖਣ ਲੱਗੇ ਤਾਂ ਲੋਕਾਂ ਨੂੰ ਲੱਗਿਆ ਵੀ ਨਹੀਂ ਇਹ 'ਚ ਕੁਛ ਹੈਗਾ, ਤਾਂ ਬਿਹੇਵੀਅਰ ਬਦਲ ਗਿਆ, ਤੁਹਾਡੇ ਨਾਲ ਗੱਲਬਾਤ ਕਰਨ ਦਾ ਤਰੀਕਾ ਬਦਲ ਗਿਆ। ਉਹ ਟੋਟਲੀ ਸਾਰਾ ਕੁਛ, ਚਾਹੇ ਰਿਸ਼ਤੇਦਾਰ ਹੋਣ, ਆਂਢੀ ਗੁਆਂਢੀ ਹੋਣ, ਪਿੰਡ ਵਾਲੇ ਹੋਣ, ਉਹ ਟੋਟਲੀ ਚੇਂਜ ਹੋ ਗਿਆ ਸੀਗਾ ਸਾਰਾ।
ਐਕਚੁਅਲੀ ਨਾ ਤੁਹਾਨੂੰ ਪਤਾ ਜਿਸ ਤਰ੍ਹਾਂ ਪਿੰਡਾਂ ਦਾ ਜਿਹੜਾ ਰਹਿਣਾ ਸਹਿਣਾ ਹੁੰਦਾ ਉਹ ਕਾਫੀ ਜ਼ਿਆਦਾ ਡਿਫਰੈਂਟ ਹੁੰਦਾ ਹੈ ਤੇ ਸਾਡਾ ਘਰ ਬੇਸਿਕਲੀ ਫਾਰਮ ਹਾਊਸ ਹੈ ਖੇਤ ਦੇ ਵਿੱਚ। ਸੋ ਬਹੁਤ ਜ਼ਿਆਦਾ ਦਰਖਤ ਹੋਣ ਕਰਕੇ ਉੱਥੇ ਚੜ੍ਹਨਾ, ਕੁੱਦਣਾ, ਖਾਲਿਆਂ ਤੋਂ ਟੱਪਣਾ, ਪਾਪਾ ਨਾਲ ਜਾਣਾ, ਪੈਲੀ ਵਾਹੁਣੀ, ਉਹ ਸਾਰੀਆਂ ਚੀਜ਼ਾਂ ਸ਼ੁਰੂ ਤੋਂ ਹੀ ਸੀ। ਤੇ ਪਾਪਾ ਨੇ ਵੀ ਕਦੇ ਇਹ ਨਹੀਂ ਸੀ ਕਿਹਾ ਵੀ ਕਿਉਂ। ਮੇਰੇ ਦਾਦਾ ਹੀ ਮੈਨੂੰ ਖੁਦ ਕਹਿੰਦੇ ਹੁੰਦੇ ਸੀਗੇ ਵੀ ਅੱਧਾ ਕਿੱਲਾ ਪੈਲੀ ਵਾਹੁਣ ਵਾਲੀ ਹੈਗੀ, ਮਾਰੀ ਟਰੈਕਟਰ ਦਾ ਸਲਫ, ਹੈ ਨਾ। ਇਸ ਤਰ੍ਹਾਂ ਉਹਨਾਂ ਨੇ ਸ਼ੁਰੂ ਤੋਂ ਹੀ ਪ੍ਰਪੇਅਰ ਹੀ ਇਸ ਤਰ੍ਹਾਂ ਕੀਤਾ ਮੈਨੂੰ, ਜਿਹਦੇ ਕਰਕੇ ਮੈਨੂੰ ਕਦੇ ਲੱਗਿਆ ਹੀ ਨਹੀਂ ਵੀ ਮੈਂ ਸਿਰਫ ਕੁੜੀਆਂ ਵਾਲੇ ਕੰਮ ਕਰਨੇ ਆ। ਸੋ ਹਰ ਇੱਕ ਤਰ੍ਹਾਂ ਦਾ ਕੰਮ ਹੈ ਜਿਹੜਾ ਮੈਨੂੰ ਲੱਗਦਾ ਕਿ ਮੈਂ ਆਪਦੇ ਦਾਦਾ ਜੀ ਦੇ ਨਾਲ, ਆਪਦੇ ਫਾਦਰ ਸਾਹਿਬ ਦੇ ਨਾਲ ਉਹਨਾਂ ਦਾ ਹੱਥ ਵਟਾਇਆ ਹੈਗਾ, ਕੀਤਾ, ਜਿਹਦੇ ਨਾਲ ਮੈਂ ਮਤਲਬ ਫਿਜ਼ੀਕਲੀ ਵੀ ਸਟਰੋਂਗ ਹੋਏ ਆ, ਮੈਂਟਲੀ ਵੀ। ਹੁਣ ਤਾਂ ਜੇ ਖੈਰ ਕਹਿੰਦੇ ਨੇ ਵੀ ਜਿਮ ਵਗੈਰਾ ਲਾ ਕੇ, ਪਰ ਅਸੀਂ ਪਿੰਡਾਂ ਦੇ ਵਿੱਚ ਉਹਨਾਂ ਕੁ ਕੰਮ ਪਹਿਲਾਂ ਹੀ ਕਰ ਲਿਆ ਸੀਗਾ ਜਿਹਦੇ ਨਾਲ ਅਸੀਂ ਆਲਰੇਡੀ ਉਨੇ ਸਟਰੋਂਗ ਹੋ ਗਏ ਸੀ। ਸੋ ਮੈਨੂੰ ਕਦੇ ਲੱਗਿਆ ਨਹੀਂ ਉਹ ਚੀਜ਼ ਵੀ ਮੈਂ ਨਹੀਂ ਕਰ ਸਕਦੀ। ਚੇਤਕ ਮੈਂ ਪੁਰਾਣਾ ਲਿਆ ਸੀਗਾ ਤੇ ਅਚਾਨਕ ਇੱਕ ਦਿਨ ਮੈਂ ਕਿਸੇ ਦਾ ਸਕੂਟਰ ਦੇਖ ਲਿਆ ਸੀ ਜਾਂਦੇ ਹੋਏ, ਤਾਂ ਮੈਨੂੰ ਬੜਾ ਸੋਹਣਾ ਲੱਗਿਆ। ਮੈਨੂੰ ਲੱਗਦਾ ਕਰਨਾ ਚਾਹੀਦਾ। ਟਾਈਮ ਲੱਗਿਆ ਥੋੜਾ ਜਿਹਾ ਲੱਭਣ ਲੱਗੇ ਕਿਉਂਕਿ ਨਹੀਂ ਲੱਭਦੀਆਂ ਪੁਰਾਣੀਆਂ ਚੀਜ਼ਾਂ, ਪਰ ਜਦੋਂ ਉਹਨੂੰ ਤਿਆਰ ਕਰਵਾਇਆ ਹਰ ਇੱਕ ਚੀਜ਼, ਉਹ ਮਿਸਤਰੀ ਜਿਹਨੇ ਤਿਆਰ ਕੀਤਾ ਉਹ ਬਹੁਤ ਹੈਰਾਨ ਸੀਗਾ ਜਦੋਂ ਮੈਂ ਉਹਨੂੰ ਕਿਹਾ ਮੈਂ ਤੇ ਆਹ ਲਾਣਾ ਹੈ, ਉੱਥੋਂ ਮਿਲੂਗੀ ਚੀਜ਼। ਉਹ ਬੜਾ ਹੈਰਾਨ ਸੀ, ਕਹਿੰਦਾ ਵੈਸੇ ਕੁੜੀਆਂ ਨੂੰ ਪਤਾ ਹੁੰਦਾ ਨਹੀਂ ਹੈ। ਮੈਂ ਕਹੀ ਨਹੀਂ, ਮੈਂ ਥੋੜ੍ਹੀ ਜਿਹੀ ਉਲਟਾ, ਮੈਨੂੰ ਪਤਾ ਸਾਰਾ ਕੁਛ। ਤੋਂ 2-3 ਮਹੀਨੇ ਲੱਗ ਗਏ ਉਹਨੂੰ ਤਿਆਰ ਕਰਾਉਣ 'ਚ। ਪਰ ਅੱਜ ਦੇ ਟਾਈਮ 'ਚ ਉਹ ਮੇਰੀ ਮੋਸਟ ਫੇਵਰੇਟ ਚੀਜ਼ ਹੈ। ਅਗਰ ਮੈਨੂੰ ਕੋਈ ਕਹਿ ਦੇ ਵੀ ਕੋਈ ਚੀਜ਼ ਮੰਗਵੀਂ ਵੀ ਦੇ ਸਕੂਟਰ, ਤਾਂ ਮੈਂ ਦੇ ਕੇ ਰਾਜੀ ਨਹੀਂ ਹੈ, ਕਿਉਂਕਿ ਮੈਨੂੰ ਇਹ ਲੱਗਦਾ ਕਿ ਉਹ ਸ਼ਾਇਦ ਸਭ ਤੋਂ ਕੀਮਤੀ ਚੀਜ਼ ਹੈ। ਗੱਡੀ ਵੀ ਉਹਨੂੰ ਬੀਟ ਨਹੀਂ ਕਰ ਪਾਊਗੀ ਜੋ ਉਹ ਚੀਜ਼ ਮੇਰੇ ਲਈ ਹੈ। ਸੋ ਮੈਨੂੰ ਉਹ ਬਹੁਤ ਪਿਆਰਾ ਹੈਗਾ। ਮੋਟੀਆਂ ਪ੍ਰੋਬਲਮ ਤਾਂ ਹਰ ਇੱਕ ਬੰਦਾ ਹੀ ਫੇਸ ਕਰਦਾ ਹੈਗਾ, ਉਸ ਤਰ੍ਹਾਂ ਦੀਆਂ ਮੈਂ ਵੀ ਕੀਤੀਆਂ ਨੇ। ਕੋਈ ਐਸ 'ਚ ਮੈਂ ਕਹਾਂ ਵੀ ਮੈਨੂੰ ਬਹੁਤ ਵੱਡੀ ਸਮੱਸਿਆ ਆਈ ਹੈ, ਉਸ ਤਰ੍ਹਾਂ ਦੀ ਕੋਈ ਪ੍ਰੋਬਲਮ ਮੈਨੂੰ ਨਹੀਂ ਆਈ, ਕਿਉਂਕਿ ਉਹਦਾ ਕਾਰਨ ਉਹੀ ਹੋ ਜਾਂਦਾ ਵੀ ਜਦੋਂ ਤੁਹਾਡੇ ਸਪੋਰਟਿਵ ਪੇਰੈਂਟਸ ਤੇ ਸਪੋਰਟਿਵ ਤੁਹਾਡੇ ਦੋਸਤ ਹੋ ਜਾਂਦੇ ਹੋ, ਤੁਹਾਨੂੰ ਪ੍ਰੋਬਲਮਸ ਜੇ ਆਉਂਦੀਆਂ ਵੀ ਨੇ ਤਾਂ ਉਹ ਨਾਲ ਖੜੇ ਹੁੰਦੇ ਨੇ, ਤੁਸੀਂ ਫੇਸ ਕਰ ਲੈਂਦੇ ਹੋ। ਬਾਕੀ ਹਾਂ, ਥੋੜ੍ਹਾ ਬਹੁਤ ਇਹ ਵੀ ਮੇਰੇ ਬਿਹੇਵੀਅਰ ਨੂੰ ਲੈ ਕੇ ਬਹੁਤੇ ਲੋਕ ਇਹ ਵੀ ਕਹਿੰਦੇ ਨੇ ਵੀ ਤੂੰ ਦੇਖਣ 'ਚ ਬਹੁਤ ਰੂਡ ਹੈ, ਤੇਰਾ ਫੇਸ ਐਕਸਪ੍ਰੈਸ਼ਨ ਇਸ ਤਰ੍ਹਾਂ ਦੇ ਹੈ, ਤੇਰਾ ਤੁਰਨ ਦਾ ਤਰੀਕਾ ਹੋ ਰਿਹਾ, ਤੇਰੇ ਕੱਪੜੇ ਪਾਉਣ ਦਾ ਤਰੀਕਾ ਹੋ ਰਿਹਾ। ਉਹਦੀਆਂ ਜ਼ਰੂਰ ਪ੍ਰੋਬਲਮਸ ਆਈਆਂ ਨੇ, ਪਰ ਮੈਂ ਕਦੇ ਬੌਦਰ ਨਹੀਂ ਕੀਤਾ, ਕਿਉਂਕਿ ਮੈਨੂੰ ਇਹ ਲੱਗਦਾ ਵੀ ਜੇ ਤੁਸੀਂ ਉਹਨਾਂ ਵੱਲ ਧਿਆਨ ਦੇਣ ਲੱਗ ਗਏ, ਫਿਰ ਤੁਸੀਂ ਜਿੱਥੇ ਧਿਆਨ ਦੇਣਾ ਤੁਸੀਂ ਉੱਥੇ ਨਹੀਂ ਦੇ ਸਕਦੇਗੇ। ਜਿਮ ਦਾ ਕੀ ਰਿਹਾ, ਬੇਸਿਕਲੀ ਜਦੋਂ ਮੈਂ ਰੋਡੀਜ਼ ਲਈ ਪ੍ਰੈਪਰੇਸ਼ਨ ਕੀਤੀ ਸੀ ਉਦੋਂ ਹੀ ਸ਼ੁਰੂ ਹੋਇਆ ਸੀ, ਕਿਉਂਕਿ ਮੈਂ ਪਹਿਲਾਂ ਬਾਸਕਟਬਾਲ ਖੇਡੀ ਹੈ, ਉਸ ਤੋਂ ਬਾਅਦ ਮੈਂ ਬਾਕਸਿੰਗ ਖੇਡੀ ਹੈ। ਫਿਰ ਮੇਰੇ ਨੱਕ ਦੀ ਸਰਜਰੀ ਹੋਈ ਇਵੈਂਚੁਅਲੀ, ਜਿਹਦੇ ਕਰਕੇ ਮੈਨੂੰ ਕੁਇਟ ਕਰਨੀ ਪੈ ਗਈ ਗੇਮ। ਫਿਰ ਮੈਂ ਜਦੋਂ ਰੋਡੀਜ਼ ਦੀ ਪ੍ਰੈਪਰੇਸ਼ਨ ਸਟਾਰਟ ਕੀਤੀ ਤਾਂ ਉਦੋਂ ਇਹੀ ਤਰੀਕਾ ਸੀ ਵੀ ਤੁਸੀਂ ਗਰਾਊਂਡ ਵਗੈਰਾ ਤੇ ਜਿਮ ਦੇ ਨਾਲ ਸਟਰੈਂਥ ਆਊਗੀ। ਉਦੋਂ ਮੈਂ ਸਟਾਰਟ ਕੀਤਾ ਸੀ 2015 ਦੀ ਗੱਲ ਹੈ। ਸੋ 15 ਤੋਂ ਅੱਜ 22 ਚੱਲ ਰਿਹਾ। ਸੋ ਕੰਟੀਨਿਊਟੀ ਦੇ ਵਿੱਚ ਹੀ ਕਦੇ ਭਾਵੇਂ ਗੈਪ ਪੈ ਜੇ। ਸੋ ਇੱਕ ਵਧੀਆ ਜਰਨੀ ਰਹੀ ਹੈ, ਕਿਉਂਕਿ ਇਹ ਬਹੁਤ ਮੈਡਲ ਦਿੱਤਾ ਜਾਂਦਾ ਵੀ ਕੁੜੀਆਂ ਨੂੰ ਜਿਮ ਨਹੀਂ ਲਾਉਣਾ ਚਾਹੀਦਾ, ਕੁੜੀਆਂ ਨੂੰ ਵੇਟ ਲਿਫਟਿੰਗ ਨਹੀਂ ਕਰਨੀ ਚਾਹੀਦੀ। ਮੈਨੂੰ ਇਹ ਲੱਗਦਾ ਕਿ ਅੱਜ ਦੇ ਟਾਈਮ 'ਚ ਗੱਲ ਕਰੀਏ ਤਾਂ ਸਾਡੇ ਸਭ ਤੋਂ ਜ਼ਿਆਦਾ ਕੁੜੀਆਂ ਅੱਗੇ ਵੇਟ ਲਿਫਟਿੰਗ 'ਚ ਹੀ ਨੇ। ਅਸੀਂ ਕਿੰਨੇ ਮੈਡਲ ਲਏ ਨੇ ਆਪਣੇ ਦੇਸ਼ ਲਈ। ਸੋ ਇੱਕ ਮਿੱਥ ਬਣ ਜਾਂਦੀ ਹੈ ਵੀ ਕੁੜੀਆਂ ਨਹੀਂ ਕਰ ਸਕਦੀਆਂ, ਵੇਟ ਨਹੀਂ ਚੱਕਣਾ ਚਾਹੀਦਾ, ਸ਼ਾਇਦ ਤੁਹਾਨੂੰ ਇਨ ਫਿਊਚਰ ਕੋਈ ਪ੍ਰੋਬਲਮ ਆ ਸਕਦੀ ਹੈ ਉਸ ਚੀਜ਼ ਨਾਲ, ਪਰ ਮੈਨੂੰ ਲੱਗਦਾ ਨਹੀਂ ਇਸ ਤਰ੍ਹਾਂ ਦਾ ਕੁਝ ਹੋਇਆ ਹੈਗਾ। ਬੜੀ ਵਧੀਆ ਜਰਨੀ ਰਹੀ ਹੈ। ਬਸ ਇਹ ਕਿ ਤੁਹਾਡਾ ਕੋਚ ਸਹੀ ਹੋਣਾ ਚਾਹੀਦਾ ਹੈਗਾ। ਮੈਂ ਕਾਫੀ ਕੁਛ ਜਿਹੜਾ ਜਿਮ ਤੋਂ ਸਿੱਖਿਆ, ਤੇ ਹੋਪਫੁਲੀ ਮੈਨੂੰ ਇਹ ਲੱਗਦਾ ਵੀ ਹੁਣ ਜੇ ਮੈਂ ਆਪਣੇ ਫਿਊਚਰ ਦੀ ਗੱਲ ਕਰਾਂ ਤਾਂ ਮੇਰਾ ਬਹੁਤਾ ਫਿਊਚਰ ਆ ਉਹ ਜਿਮ ਤੇ ਡਿਪੈਂਡ ਹੋਏਗਾ। ਕੰਮਾਂ ਦੇ ਉੱਪਰ ਕਿੱਥੇ ਲਿਖਿਆ ਹੋਇਆ ਵੀ ਮੇਲ ਹੀ ਕਰ ਸਕਦੇ ਆ ਜਾਂ ਕਿੱਥੇ ਲਿਖਿਆ ਹੋਇਆ ਫੀਮੇਲ ਹੀ ਕਰ ਸਕਦੀ ਹੈ। ਹੁਣ ਐਵੇਂ ਤੁਸੀਂ ਕਹੋਗੇ ਕਿ ਸਿਲਾਈ ਕਢਾਈ ਸਿਰਫ ਕੁੜੀਆਂ ਕਰ ਸਕਦੀਆਂ, ਕਿਉਂ? ਜਿਹੜੇ ਬਹੁਤ ਵੱਡੇ ਲੈਵਲ ਦੇ ਤੁਸੀਂ ਕਹਿ ਲਓ ਕਿ ਬਾਲੀਵੁੱਡ ਵਾਲੀ ਸਾਈਡ ਚਲੇ ਜਾਓ, ਡਿਜ਼ਾਈਨਰ ਨੇ ਉਹ ਹੈਗੇ ਹੀ ਮੇਲ ਨੇ। ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ? ਦੂਜੇ ਪਾਸੇ ਤੁਸੀਂ ਕਹਿੰਦੇ ਨਹੀਂ ਜੀ ਕੁੜੀਆਂ ਨੂੰ ਤਾਂ ਡਰਾਈਵਿੰਗ ਨਹੀਂ ਕਰਨੀ ਆਉਂਦੀ। ਕਿਉਂ ਨਹੀਂ ਕਰਨੀ ਆਉਂਦੀ ਬਈ? ਤੁਸੀਂ ਇਹ ਵੀ ਤਾਂ ਸੋਚੋ, ਕਈ ਥਾਵਾਂ ਤੇ ਮੁੰਡੇ ਵੀ ਤਾਂ ਗਲਤ ਹੁੰਦੇ ਆ, ਹਰ ਟਾਈਮ ਕੁੜੀ ਨਹੀਂ ਗਲਤ ਹੁੰਦੀ ਨਾ। ਮੈਂ ਖੁਦ ਇੰਨੇ ਐਕਸੀਡੈਂਟ ਦੇਖੇ ਨੇ ਜਿੱਥੇ ਮੁੰਡੇ ਦੀ ਗਲਤੀ ਸੀ, ਪਰ ਇਸ ਲਈ ਕੁੜੀ ਨੂੰ ਆਖਿਆ ਗਿਆ ਕਿਉਂਕਿ ਕੁੜੀ ਚਲਾ ਰਹੀ ਹੈ। ਮੈਂ ਕਹਿੰਦੀ ਹਾਂ ਠੀਕ ਹੈ, ਤੁਸੀਂ ਕੰਪੀਟ ਕਰਨਾ ਮੇਰੇ ਨਾਲ ਆ ਜਾਓ, ਜਿਹੜਾ ਮਰਜ਼ੀ ਵਹੀਕਲ ਲਿਆਓ, ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈ। ਅਜੀਬ ਜਿਹੇ ਕੁਐਸਚਨ ਆਉਂਦੇ ਹੁੰਦੇ, ਤੁਸੀਂ ਮੇਰਾ ਹੁਣ YouTube ਤੇ ਜਾਂ Instagram ਤੇ ਕਿਤੇ ਵੀ ਹੈ ਨਾ, ਬੜੇ ਅਜੀਬ ਜਿਹੇ ਕਮੈਂਟ ਕਰਨਗੇ ਲੋਕ, ਐਵੇਂ ਕਿਉਂ, ਤੈਨੂੰ ਐ ਕਰਨਾ ਚਾਹੀਦਾ। ਮੈਂ ਕਿਹਾ ਯਾਰ ਤੁਸੀਂ ਕੌਣ ਹੁੰਦੇ ਮੈਨੂੰ ਗਾਈਡ ਕਰਨ ਵਾਲੇ? ਤੁਸੀਂ ਥੋੜੀ ਸਮਝਾਓਗੇ ਹੁਣ ਮੈਂ ਆਪਣੀ ਜ਼ਿੰਦਗੀ ਨਾਲ ਕੀ ਕਰਨਾ ਹੈ। ਮੈਨੂੰ ਪਤਾ, ਮੇਰੇ ਪੇਰੈਂਟਸ ਨੂੰ ਪਤਾ। ਸੋ ਮੈਂ ਜਵਾਬ ਦੇਣਾ ਜ਼ਰੂਰੀ ਨਹੀਂ ਸਮਝਦੀ। ਕੁੜੀਆਂ ਨੂੰ ਵੀ ਮੇਰਾ ਮੈਸੇਜ ਹੈ ਵੀ ਉਹ ਮੈਂਟਲ ਲੈਵਲ ਨਾ ਸਟੈਬਲਿਸ਼ ਕਰੋ, ਸੋਚੋ ਵੀ ਅਸੀਂ ਕਰ ਸਕਦੀਆਂ। ਜੋ ਤੁਸੀਂ ਹਰ ਟਾਈਮ ਇਹ ਸੋਚਦੇ ਹੋ ਨਾ ਵੀ ਅਸੀਂ ਕਰ ਸਕਦੇ ਹਾਂ, ਦਰਅਸਲ ਫਿਰ ਤੁਸੀਂ ਕਰ ਸਕਦੇ ਹੁੰਦੇ ਹੋ। ਜੋ ਤੁਸੀਂ ਇਹ ਕਹਤਾ ਨਾ ਵੀ ਨਹੀਂ, ਉੱਥੇ ਖਤਮ ਹੈ ਕੰਮ। ਦੋ ਗੋਲ ਨੇ ਮੇਰੀ ਜ਼ਿੰਦਗੀ 'ਚ ਵੀ, ਇੱਕ ਤਾਂ ਮੈਂ ਆਪਣਾ ਚੈਨਲ ਸ਼ੁਰੂ ਕਰਾਂ ਕਿਉਂਕਿ ਐਜ਼ ਅ ਜਰਨਲਿਸਟ ਕਾਫੀ ਕੁਝ ਸਿੱਖਿਆ, ਅਤੇ ਦੂਸਰਾ ਇਹ ਕਿ ਮੈਂ ਆਪਣਾ ਜਿਮ ਖੋਲ੍ਹਣਾ ਹੈ ਆਪ ਦਾ। ਸੋ ਉਹਦੇ ਲਈ ਮੈਂ ਸੋਚ ਰਹੀ ਹਾਂ ਵੀ ਹੁਣ ਇੰਟਰਨੈਸ਼ਨਲ ਲੈਵਲ 'ਤੇ ਕੁਝ ਕੋਰਸਿਸ ਕੀਤੇ ਜਾਣ, ਕਿਉਂਕਿ ਸਟੱਡੀ ਬਹੁਤ ਜ਼ਰੂਰੀ ਹੈ।
ਮੈਨੂੰ ਇਹ ਲੱਗਦਾ ਜੀ ਜੇਕਰ ਆਪਾਂ ਗੱਲ ਜਿਸ ਤਰ੍ਹਾਂ ਮੈਰਿਜਸ ਦੀ ਗੱਲ ਆਉਂਦੀ ਹੈ ਨਾ, ਡਿਵੋਰਸ ਦੀ ਰੇਸ਼ੋ ਬਹੁਤ ਜ਼ਿਆਦਾ ਵੱਧ ਰਹੀ ਹੈ। ਉਹਦਾ ਕਾਰਨ ਇਹ ਹੁੰਦਾ ਵੀ ਪੇਰੈਂਟਸ ਨੇ ਜਿਹੜੇ ਆਪਣੇ ਬੱਚੇ ਨੂੰ ਅੰਡਰਸਟੈਂਡ ਨਹੀਂ ਕਰ ਪਾਉਂਦੇ ਨਾ। ਜੇ ਉਹਨੂੰ ਕੋਈ ਪਸੰਦ ਹੈ, ਤੁਸੀਂ ਉਹਦੀ ਮੈਰਿਜ ਕਰਵਾ ਦੋਗੇ ਤਾਂ ਉਹ ਆਪਣੀ ਲਾਈਫ ਖੁਸ਼ੀ ਨਾਲ ਕੱਢ ਸਕਦਾ। ਇੱਥੇ ਇਹ ਕਿ ਸਾਡੀ ਅਣਖ ਜਾਗ ਜਾਂਦੀ ਹੈ ਵੀ ਅਸੀਂ ਨਹੀਂ ਕਰਨਾ, ਜਿਹਦੇ ਕਰਕੇ ਉਹ ਸਾਰੀ ਉਮਰ ਫੇਸ ਕਰਦੀਆਂ ਨੇ। ਤੁਹਾਡੀ ਇੱਕ ਅਣਖ ਦੀ ਖਾਤਰ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਦਾਅ 'ਤੇ ਲਾਤੀ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਅਵੋਇਡ ਕਰਕੇ ਤੁਸੀਂ ਬੱਚੇ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਸ਼ਾਇਦ ਉਹ ਇੱਕ ਹੋਰ ਬਹੁਤ ਟ੍ਰੈਂਡ ਚੱਲਿਆ ਛੋਟੀ ਉਮਰ 'ਚ ਵਿਆਹ। ਤੁਸੀਂ 21-22 ਸਾਲ 'ਚ ਸਿਰਫ ਕਾਹਦੇ ਲਈ ਕੈਨੇਡਾ ਆਸਟ੍ਰੇਲੀਆ ਜਾਣਾ ਹੈ। 21-22 ਉਮਰ ਸਾਲ 'ਚ ਮੈਨੂੰ ਲੱਗਦਾ ਕਿ ਉਹ ਵਿਆਹ ਦੀ ਕੋਈ ਏਜ ਨਹੀਂ ਹੁੰਦੀ। ਉਦੋਂ ਵਿਆਹ ਕਿਤੇ ਮੈਚਿਓਰ ਨਹੀਂ ਹੋ, ਤੁਹਾਨੂੰ ਪਤਾ ਨਹੀਂ ਹੈ ਕੀ ਹੋਣਾ ਕੀ ਨਹੀਂ ਹੋ, ਬਸ ਇੱਕ ਚਾਅ ਹੈਗਾ ਜਿਹੜਾ ਮੈਨੂੰ ਲੱਗਦਾ ਸਾਲ ਡੇਢ ਸਾਲ 'ਚ ਉਤਰ ਜਾਂਦਾ ਹੈਗਾ। ਸੋ ਇਹਨਾਂ ਚੀਜ਼ਾਂ ਨੂੰ ਥੋੜ੍ਹਾ ਜਿਹਾ ਸਾਨੂੰ ਡੀਪਲੀ ਸੋਚਣਾ ਚਾਹੀਦਾ ਹੈਗਾ। ਬੱਚੇ ਨੂੰ ਪੁੱਛੋ ਵੀ ਬੇਸਿਕਲੀ ਤੁਸੀਂ ਕੀ ਚਾਹੁੰਦੇ ਹੋ ਕੀ ਨਹੀਂ ਚਾਹੁੰਦੇ। ਹੁਣ ਉਹਨਾਂ ਨੇ 8 ਸਾਲ ਸਿਆ ਮਨਦੀਪ ਨੇ, ਛੱਡ ਕਿਉਂ ਨਹੀਂ ਪਾ ਰਹੀ? ਉਹਨੂੰ ਪਤਾ ਹੁੰਦੀ ਹੈ ਬੱਚੀਆਂ ਨੇ 2, ਉਹਨਾਂ ਦਾ ਪਾਲਣ ਪੋਸ਼ਣ ਕਿਵੇਂ ਹੋਊਗਾ ਅਗਰ ਉਹ ਛੱਡ ਦੇਗੀ। ਅਖੀਰ ਉਹਨੇ ਆਪਣੀ ਜ਼ਿੰਦਗੀ ਦੇਤੀ। ਹੁਣ ਗੱਲ ਇਹ ਕਿ ਜੇ ਉਹਨਾਂ ਨੇ ਪਹਿਲਾਂ, ਉਹਨਾਂ ਦੇ ਪੇਰੈਂਟਸ ਨੇ ਵੀ ਜਦੋਂ ਇੱਕ ਵਾਰੀ ਕਹਿੰਦੇ ਕੇਸ ਹੋਇਆ, ਜੇ ਉਹਦੇ ਪੇਰੈਂਟਸ ਨੇ ਵੀ ਸੋਚਿਆ ਹੁੰਦਾ ਵੀ ਅਸੀਂ ਇਹਨਾਂ ਨਾਲੋਂ ਸੈਪਰੇਟ ਹੋ ਕੇ, ਕਿਉਂਕਿ ਅਮਰੀਕਾ 'ਚ ਰਹਿੰਦਾ ਹਰ ਇੱਕ ਬੰਦਾ ਇੰਡੀਪੈਂਡੈਂਟ ਹੈ, ਉਹ ਆਪਣੀਆਂ ਬੱਚੀਆਂ ਬੜੀ ਈਜ਼ੀਲੀ ਪਾਲ ਸਕਦੀ ਸੀ। ਸੋ ਮੈਨੂੰ ਲੱਗਦਾ ਕਿ ਪੇਰੈਂਟਸ ਨੂੰ ਜ਼ਰੂਰ ਖੜਨਾ ਚਾਹੀਦਾ ਅਤੇ ਲੜਕੀ ਨੂੰ ਵੀ ਆਪਣੇ ਲਈ ਆਵਾਜ਼ ਉਠਾਉਣੀ ਚਾਹੀਦੀ ਹੈ। ਕਿਉਂਕਿ ਕੁੜੀ ਇਹੀ ਸੋਚ ਕੇ ਚੁੱਪ ਰਹਿ ਜਾਂਦੀ ਹੈ ਵੀ ਨਹੀਂ ਲੋਕ ਕੀ ਕਹਿਣਗੇ, ਸੁਸਾਇਟੀ ਕੀ ਕਹੇਗੀ, ਸ਼ਾਇਦ ਹੁਣ ਮੇਰੇ ਤੇ ਇੱਕ ਟੈਗ ਲੱਗ ਜਾਏਗਾ ਕਿ ਆਲਰੇਡੀ ਮੈਰਿਡ ਹੈ, ਜਿਸ ਤੋਂ ਬਾਅਦ ਮੇਰੀ ਦੁਬਾਰਾ ਵਿਆਹ ਨਹੀਂ ਹੋਏਗਾ ਮੇਰਾ। ਸੋ ਇਸ ਤਰ੍ਹਾਂ ਦੇ ਟੈਗ ਤਾਂ ਬਰਾਬਰ ਜੈਂਟਸ ਤੇ ਵੀ ਲੱਗਦੇ ਨੇ। ਜੇ ਮੁੰਡਾ ਵਿਆਹ ਹੋਇਆ ਤਾਂ ਕੁੜੀ ਵਿਆਹੀ, ਦੋਨਾਂ ਤੇ ਹੀ ਲੱਗਣੇ ਚਾਹੀਦੇ ਨੇ। ਪਰ ਅਸੀਂ ਸੁਸਾਇਟੀ ਨੂੰ ਇਸ ਤਰ੍ਹਾਂ ਕਰ ਲਿਆ, ਸਾਨੂੰ ਲੱਗਦਾ ਵੀ ਨਹੀਂ ਉਹ ਸਾਰੇ ਟੈਗ ਕੁੜੀ ਤੇ ਹੀ ਲੱਗੇ ਹੋਏ ਨੇ, ਜਿਹਦੇ ਕਰਕੇ ਬਹੁਤ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਨੇ। ਸਟਰੋਂਗ ਹੈ ਜਿਹੜਾ ਉਹ ਫੈਮਿਲੀ ਦੇ ਨਾਲ ਖੁਦ ਨੂੰ ਹੋਣਾ ਚਾਹੀਦਾ ਹੈ। ਕਿਉਂਕਿ ਮੈਨੂੰ ਲੱਗਦਾ ਕਿ ਬਹੁਤੇ ਸਟੈਂਡ ਨੇ ਜਿਹੜੇ ਉਹ ਤੁਸੀਂ ਆਪਣੇ ਲਈ ਆਪ ਲੈ ਸਕਦੇ ਹੋ, ਕੋਈ ਦੂਜਾ ਨਹੀਂ ਲੈ ਸਕਦਾ। ਇਸ ਲਈ ਤੁਹਾਨੂੰ ਆਪਣੇ ਆਪ ਲਈ ਅੱਜ ਕੱਲ੍ਹ ਪਰਸੋਂ ਜਦੋਂ ਵੀ ਕਹਿ ਲਓ ਖੜੇ ਹੋਣਾ ਪਏਗਾ।